ਸਤਿ ਸ੍ਰੀ ਅਕਾਲ। ਸਾਹਿਤਕ ਸੱਥ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਅਸੀਂ ਨਿਬੰਧ ਦੀ ਸਾਹਿਤਕ ਆਲੋਚਨਾ ਬਾਰੇ ਚਰਚਾ ਕਰਾਂਗੇ। ਭਾਵ ਗਦ ਦਰਪਣ ਪੁਸਤਕ ਵਿੱਚ ਸ਼ਾਮਿਲ ਨਿਬੰਧਾਂ ਦੀ ਸਾਹਿਤਕ ਆਲੋਚਨਾ ਕਰਦਿਆਂ ਹੋਇਆਂ ਵਿਦਿਆਰਥੀਆਂ ਨੇ ਕਿਹੜੇ-ਕਿਹੜੇ ਨੁਕਤਿਆਂ ਨੂੰ ਧਿਆਨ ਵਿੱਚ ਰੱਖਣਾ ਹੈ, ਇਸ ਬਾਰੇ ਗੱਲਬਾਤ ਸ਼ੁਰੂ ਕਰਾਂਗੇ। ਪਰ ਇਸ ਤੋਂ ਪਹਿਲਾਂ ਗੁਜ਼ਾਰਿਸ਼ ਹੈ ਨਵੇਂ ਜੁੜੇ ਵਿਦਿਆਰਥੀਆਂ ਨੂੰ ਕਿ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲੈਣ ਔਰ ਪਲੇਲਿਸਟ ਦੇ ਵਿੱਚ ਜਾ ਕੇ ਆਪਣੀ ਕਲਾਸ ਦੇ ਨਾਲ ਸੰਬੰਧਿਤ ਸਾਰੀਆਂ ਵੀਡੀਓ ਵੇਖ ਸਕਦੇ ਹਨ ਔਰ ਅੱਗੇ ਵੀ ਉਹਨਾਂ ਨੂੰ ਸ਼ੇਅਰ ਕਰਦੇ ਰਹਿਣਾ ਤਾਂ ਜੋ ਹੋਰ ਵਿਦਿਆਰਥੀ ਵੀ ਇਸ ਚੈਨਲ ਦਾ ਲਾਹਾ ਲੈ ਸਕਣ। ਸੋ ਜੁੜਦੇ ਹਾਂ ਕਿ ਸਾਹਿਤਕ ਆਲੋਚਨਾ ਕਰਦਿਆਂ ਹੋਇਆਂ ਸਭ ਤੋਂ ਪਹਿਲਾ ਨੁਕਤਾ ਜੋ ਹੈ ਉਹ ਹੈ ਭੂਮਿਕਾ। ਕਿਉਂਕਿ ਘਰ ਦੇ ਭਾਗ ਡਿਉਢੀ ਤੋਂ ਪਛਾਣੇ ਜਾਂਦੇ ਹਨ, ਸੋ ਵਿਦਿਆਰਥੀ ਨੇ ਸਾਹਿਤਕ ਆਲੋਚਨਾ ਕਿਸ ਤਰ੍ਹਾਂ ਦੀ ਕੀਤੀ ਹੈ ਉਸ ਦਾ ਅੰਦਾਜ਼ਾ ਉਸ ਦੁਆਰਾ ਲਿਖੀ ਭੂਮਿਕਾ ਤੋਂ ਹੀ ਲੱਗ ਜਾਂਦਾ ਹੈ। ਇਸ ਲਈ ਭੂਮਿਕਾ ਦੇ ਵਿੱਚ ਵਿਦਿਆਰਥੀਆਂ ਨੂੰ ਉਸ ਨਿਬੰਧ ਅਤੇ ਉਸ ਨਿਬੰਧ ਦੇ ਲੇਖਕ ਦੇ ਬਾਰੇ ਸੰਖੇਪ ਦੇ ਵਿੱਚ ਜਾਣਕਾਰੀ ਦੇਣਾ ਬਹੁਤ ਜ਼ਰੂਰੀ ਹੈ। ਅਗਲਾ ਪੁਆਇੰਟ ਆ ਜਾਂਦਾ ਹੈ ਵਿਸ਼ਾ, ਕਿ ਜਿਸ ਵਿਸ਼ੇ ਨੂੰ ਵੀ ਉਹਨਾਂ ਨੇ ਸਾਹਿਤਕ ਆਲੋਚਨਾ ਦੇ ਲਈ ਚੁਣਿਆ ਹੈ, ਭਾਵ ਜਿਸ ਲੇਖਕ ਦੀ ਸਾਹਿਤਕ ਆਲੋਚਨਾ ਜਿਸ ਵਿਸ਼ੇ 'ਤੇ ਆਧਾਰਿਤ ਕਰਨੀ ਹੈ ਉਸ ਦੇ ਬਾਰੇ ਵੀ ਸਪਸ਼ਟ ਰੂਪ ਦੇ ਵਿੱਚ ਸੰਖੇਪ ਦੇ ਵਿੱਚ ਜਾਣਕਾਰੀ ਦੇਣੀ ਚਾਹੀਦੀ ਹੈ। ਮਿਸਾਲ ਵਜੋਂ ਪੰਜਾਬੀ ਬਾਤਚੀਤ ਨਿਬੰਧ ਹੈ ਜੋ ਕਿ ਸ਼ਰਧਾ ਰਾਮ ਫਲੋਰੀ ਦਾ ਲਿਖਿਆ ਹੋਇਆ ਨਿਬੰਧ ਹੈ। ਇਸ ਨਿਬੰਧ ਦੇ ਵਿੱਚ ਸ਼ਰਧਾ ਰਾਮ ਫਲੋਰੀ ਨੇ ਉਸ ਵੇਲੇ ਦੇ ਪੰਜਾਬ ਦੇ ਜਨ ਜੀਵਨ ਨੂੰ ਬਿਆਨ ਕੀਤਾ ਹੈ ਕਿ ਲੋਕਾਂ ਦੀ ਗੱਲਬਾਤ ਕਰਨ ਦਾ ਅੰਦਾਜ਼, ਉਹਨਾਂ ਦੀ ਭਾਸ਼ਾ, ਉਹਨਾਂ ਦੀ ਸ਼ੈਲੀ, ਉਹਨਾਂ ਦਾ ਜੋ ਰੁਚੀਆਂ ਸਨ, ਉਹਨਾਂ ਦੇ ਰੁਝੇਵੇਂ ਸਨ, ਉਹਨਾਂ ਦੇ ਵਿੱਚ ਪੂਰੇ ਵਿਸਤਾਰ ਦੇ ਵਿੱਚ ਚਰਚਾ ਕੀਤੀ ਹੈ। ਸੋ ਇਸ ਬਾਰੇ ਸਭ ਤੋਂ ਪਹਿਲਾਂ ਵਿਦਿਆਰਥੀਆਂ ਲਈ ਇੱਕ ਜੋ ਜ਼ਰੂਰੀ ਗੱਲ ਹੈ ਉਹ ਇਹ ਹੈ ਕਿ ਸਾਰੀ ਜੋ ਪੁਸਤਕ ਹੈ ਗਦ ਦਰਪਣ ਉਸ ਦੇ ਸਾਰੇ ਲੇਖ ਵਿਦਿਆਰਥੀਆਂ ਦੁਆਰਾ ਪੜ੍ਹੇ ਹੋਣੇ ਬਹੁਤ ਜ਼ਰੂਰੀ ਹਨ। ਜੇਕਰ ਲੇਖ ਤੁਸੀਂ ਖੁਦ ਪੜ੍ਹਿਆ ਹੋਇਆ ਹੈ ਅਤੇ ਉਸ 'ਤੇ ਸਾਹਿਤਕ ਆਲੋਚਨਾ ਕਰਨਾ ਕੋਈ ਬਹੁਤ ਮੁਸ਼ਕਿਲ ਗੱਲ ਨਹੀਂ ਹੋਵੇਗੀ। ਅਗਲਾ ਜੋ ਨੁਕਤਾ ਹੈ ਉਹ ਹੈ ਵਾਕ ਬਣਤਰ, ਕਿ ਕਿਸੇ ਵੀ ਲੇਖ ਦੀ ਲੇਖਕ ਦੀ ਜੋ ਵਾਕ ਬਣਤਰ ਹੈ, ਭਾਵ ਲੇਖ ਦੇ ਵਿੱਚ ਜੋ ਉਸਨੇ ਵਾਕ ਬਣਾਏ ਹਨ ਉਹਨਾਂ ਦੀ ਬਣਤਰ ਕਿਸ ਤਰ੍ਹਾਂ ਦੀ ਹੈ। ਜੇਕਰ ਵਾਕ ਨਿੱਕੇ ਨਿੱਕੇ ਹਨ, ਪ੍ਰਭਾਵਸ਼ਾਲੀ ਹਨ, ਵਿਸ਼ੇ ਦੇ ਨਾਲ ਸਿੱਧੇ ਸੰਬੰਧਿਤ ਹਨ, ਅਤੇ ਦੂਸਰੇ ਪਾਸੇ ਜੇਕਰ ਵਾਕ ਜਿਹੜੇ ਹਨ ਉਗੜ ਦੁਗੜ ਹਨ, ਭਾਵ ਉਲਝਵੇਂ ਹਨ, ਬਹੁਤ ਲੰਮੇ ਵਾਕ ਹਨ, ਮਿਸ਼ਰਿਤ ਵਾਕ ਹਨ ਜਿਨ੍ਹਾਂ ਦੇ ਵਿੱਚ ਪਾਠਕ ਉਲਝ ਕੇ ਰਹਿ ਜਾਂਦਾ ਹੈ, ਉਹਨਾਂ ਨੂੰ ਸਮਝਣ ਦੇ ਲਈ ਪਾਠਕ ਨੂੰ ਆਪਣੇ ਦਿਮਾਗ ਤੇ ਜ਼ੋਰ ਦੇਣਾ ਪੈਂਦਾ ਹੈ, ਅਜਿਹੀ ਵਾਕ ਬਣਤਰ ਜਿਹੜੀ ਹੈ ਉਹ ਕਦੇ ਵੀ ਸੁਚੱਜੀ ਨਹੀਂ ਅਖਵਾਉਂਦੀ। ਵਾਕ ਹਮੇਸ਼ਾ ਹੀ ਨਿੱਕੇ ਨਿੱਕੇ ਅਤੇ ਜੋ ਵਿਸ਼ੇ ਦੇ ਨਾਲ ਸਿੱਧੇ ਸੰਬੰਧਿਤ ਅਤੇ ਭਾਵ ਪੂਰਤ ਹੋਣੇ ਬਹੁਤ ਜ਼ਰੂਰੀ ਹਨ। ਫਿਰ ਆ ਜਾਂਦਾ ਹੈ ਪਹਿਰਾ ਬਣਤਰ, ਕਿ ਲੇਖਕ ਕੇ ਦੁਆਰਾ ਉਸ ਲੇਖ ਦੀ ਜੋ ਪਹਿਰਾ ਬਣਤਰ ਹੈ ਉਸ ਨੂੰ ਤਰਤੀਬਵਾਰ ਜੋ ਹੈ ਸੁਚੱਜੇ ਢੰਗ ਦੇ ਨਾਲ ਬਣਾਇਆ ਗਿਆ ਹੈ। ਕਿਤੇ ਇਸ ਤਰ੍ਹਾਂ ਤਾਂ ਨਹੀਂ ਕਿ ਲੇਖਕ ਨੇ ਜੋ ਐਸੇ ਸ਼ੁਰੂ ਕੀਤਾ ਹੈ, ਲੇਖ ਸ਼ੁਰੂ ਕੀਤਾ ਹੈ, ਉਹ ਸ਼ੁਰੂ ਤੋਂ ਲੈ ਕੇ ਅੰਤ ਤੱਕ ਇੱਕੋ ਪਹਿਰੇ ਦੇ ਵਿੱਚ ਚੱਲ ਰਿਹਾ ਹੋਵੇ ਤਾਂ ਉਹ ਕਦੇ ਵੀ ਬੱਝਵਾਂ ਪ੍ਰਭਾਵ ਨਹੀਂ ਪਾ ਸਕਦਾ, ਕਿਉਂਕਿ ਅਜਿਹੇ ਲੇਖ ਨੂੰ ਪੜ੍ਹਨ ਦੇ ਵਿੱਚ ਪਾਠਕ ਦੀ ਕੋਈ ਵੀ ਰੁਚੀ ਨਹੀਂ ਹੋਵੇਗੀ। ਇਸ ਲਈ ਲੇਖ ਜਿਹੜਾ ਹੈ ਉਹ ਹਮੇਸ਼ਾ ਵੱਖੋ ਵੱਖਰੇ ਪਹਿਰਿਆਂ ਦੇ ਵਿੱਚ ਹੋਣਾ ਚਾਹੀਦਾ ਹੈ ਔਰ ਹਰ ਪਹਿਰਾ ਜਿਹੜਾ ਹੈ ਉਹ ਆਪਣੇ ਆਪ ਦੇ ਵਿੱਚ ਸੁਤੰਤਰ ਹੋਣਾ ਚਾਹੀਦਾ ਹੈ। ਇੱਕ ਪਹਿਰੇ ਦੇ ਵਿੱਚ ਇੱਕ ਵਿਚਾਰ ਪ੍ਰਗਟਾਇਆ ਹੋਣਾ ਚਾਹੀਦਾ ਹੈ ਅਤੇ ਦੂਸਰੇ ਪਹਿਰੇ ਦੇ ਵਿੱਚ ਦੂਸਰਾ ਵਿਚਾਰ। ਇੱਕ ਵਿਚਾਰ ਜੋ ਹੈ ਇੱਕ ਪਹਿਰੇ ਦੇ ਵਿੱਚ ਸ਼ੁਰੂ ਹੋ ਕੇ ਸੰਪੂਰਨ ਹੋ ਜਾਣਾ ਚਾਹੀਦਾ ਹੈ ਤਾਂ ਜੋ ਪਾਠਕ ਨੂੰ ਸਮਝਣ ਦੇ ਵਿੱਚ ਵੀ ਸੁਖੈਨਤਾ ਹੋਵੇਗੀ ਔਰ ਲੇਖ ਦਾ ਜੋ ਪ੍ਰਭਾਵ ਹੈ ਪਾਠਕ ਦੇ ਉੱਤੇ ਉਹ ਵੀ ਬਹੁਤ ਵਧੀਆ ਪਵੇਗਾ। ਅਗਲਾ ਨੁਕਤਾ ਹੈ ਬੋਲੀ ਅਤੇ ਸ਼ੈਲੀ, ਕਿ ਲੇਖਕ ਨੇ ਉਸ ਦੇ ਵਿੱਚ ਬੋਲੀ ਕਿਹੋ ਜਿਹੀ ਵਰਤੀ ਹੈ, ਕਿ ਆਮ ਪੇਂਡੂ ਮੁਹਾਵਰੇ ਵਾਲੀ ਬੋਲੀ ਹੈ ਜਾਂ ਸ਼ਹਿਰੀ ਬੋਲੀ ਹੈ। ਜੇਕਰ ਪੇਂਡੂ ਮੁਹਾਵਰੇ ਵਾਲੀ ਹੈ ਅਤੇ ਉਸ ਦੇ ਵਿੱਚ ਮਾਝੀ, ਮਲਵਈ, ਦੁਆਬੀ ਜਾਂ ਪੁਆਧੀ ਕਿਹੜੀ ਬੋਲੀ ਦਾ ਜ਼ਿਕਰ ਹੋਇਆ ਹੈ ਇਸ ਦਾ ਵੀ ਜੋ ਹੈ ਹਵਾਲਾ ਦੇਣਾ ਬਣਦਾ ਹੈ। ਉਹਨਾਂ ਸ਼ਬਦਾਂ ਨੂੰ ਚੁਣ ਕੇ ਜਿਹੜੇ ਅਸੀਂ ਐਗਜ਼ਾਮਪਲ ਦੇ ਵਿੱਚ, ਮਿਸਾਲ ਦੇ ਵਿੱਚ ਦੇ ਸਕਦੇ ਹਾਂ। ਅਤੇ ਜਾਂ ਜਿਵੇਂ ਮੁਲਤਾਨੀ ਜਾਂ ਪੋਠੋਹਾਰੀ ਹੈ, ਜਾਂ ਜਿਵੇਂ ਹਿੰਦੀ, ਉਰਦੂ, ਫਾਰਸੀ ਜਾਂ ਅੰਗਰੇਜ਼ੀ ਦੇ ਸ਼ਬਦ ਜਿਹੜੇ ਹਨ ਉਹ ਵਿਸ਼ੇ ਦੇ ਮੁਤਾਬਕ ਜੇਕਰ ਉਸ ਦੇ ਵਿੱਚ ਪ੍ਰਗਟਾਏ ਗਏ ਹਨ ਅਤੇ ਉਹਨਾਂ ਨੂੰ ਮਿਸਾਲ ਵਜੋਂ ਅਸੀਂ ਅਲੱਗ
ਦੇ ਦੇਵਾਂਗੇ ਤਾਂ ਉਹ ਸਾਹਿਤਕ ਆਲੋਚਨਾ ਜਿਹੜੀ ਹੈ ਜ਼ਿਆਦਾ ਪ੍ਰਭਾਵਸ਼ਾਲੀ ਹੋ ਨਿਬੜੇਗੀ। ਫਿਰ ਆ ਜਾਂਦੀ ਹੈ ਭਾਸ਼ਾ ਸ਼ੈਲੀ, ਕਿ ਲੇਖਕ ਦੀ ਜਿਹੜੀ ਭਾਸ਼ਾ ਹੈ ਉਸ ਦਾ ਅੰਦਾਜ਼, ਲੇਖਕ ਦੀ ਸ਼ੈਲੀ, ਸਟਾਈਲ ਕਿਸ ਤਰ੍ਹਾਂ ਦਾ ਹੈ। ਲੇਖਕ ਨੂੰ ਉਸ ਲੇਖ ਦੇ ਵਿੱਚ ਅਸੀਂ ਜਦੋਂ ਪੜ੍ਹ ਰਹੇ ਹਾਂ ਕੋਈ ਲੇਖ, ਤਾਂ ਉਸ ਦੇ ਵਿੱਚ ਸਪਸ਼ਟ ਪਤਾ ਚੱਲ ਜਾਣਾ ਚਾਹੀਦਾ ਹੈ ਲੇਖਕ ਦੀ ਸ਼ੈਲੀ ਦੇ ਵਜੋਂ ਕਿ ਇਹ ਲੇਖ ਕਿਸ ਦਾ ਲਿਖਿਆ ਹੋਇਆ ਹੈ। ਜਿਵੇਂ ਜੇਕਰ ਅਸੀਂ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਲੇਖ ਪੜ੍ਹ ਰਹੇ ਹਾਂ, ਅਤੇ ਕਿਉਂਕਿ ਉਸ ਦੀ ਸ਼ੈਲੀ ਜਿਹੜੀ ਹੈ ਉਹ ਜਾਦੂਗਰੀ ਸ਼ੈਲੀ ਹੈ, ਉਹ ਨਵੇਂ ਸ਼ਬਦ ਘੜਦਾ ਹੈ, ਸ਼ਬਦਾਂ ਦਾ ਉਸਤਾਦ ਹੈ, ਅਤੇ ਉਸ ਦੀ ਵੱਖਰੀ ਸ਼ੈਲੀ ਜਿਹੜੀ ਹੈ ਉਸ ਦੇ ਲੇਖ ਦੀ ਨੁਹਾਰ ਵੀ ਅਲੱਗ ਬਣਾ ਦਿੰਦੀ ਹੈ, ਅਤੇ ਪਾਠਕਾਂ ਦੇ ਮਨ ਦੇ ਉੱਤੇ ਪ੍ਰਭਾਵ ਵੀ ਉਸ ਦਾ ਬਹੁਤ ਸਮਗਰ ਰੂਪ ਦੇ ਵਿੱਚ ਪਾਉਂਦੀ ਹੈ, ਕਿਉਂਕਿ ਉਸ ਦੀ ਸ਼ੈਲੀ ਸਦਕਾ ਹੀ ਉਸ ਦੇ ਲੇਖ ਜਿਹੜੇ ਨੇ ਉਹਨਾਂ ਵਿੱਚੋਂ ਵੀ ਕਹਾਣੀ ਰਸ ਨਜ਼ਰ ਆਉਂਦਾ ਹੈ। ਅਗਲਾ ਨੁਕਤਾ ਆ ਜਾਂਦਾ ਹੈ ਪ੍ਰਭਾਵ ਦੀ ਏਕਤਾ। ਜੇਕਰ ਜਿਵੇਂ ਅਸੀਂ ਜ਼ਿਕਰ ਕੀਤਾ ਹੈ ਸ਼ੈਲੀ ਜਿਹੜੀ ਹੈ ਉਹ ਰੁਚਿਕਰ ਹੈ, ਅਤੇ ਪ੍ਰਭਾਵ ਦੀ ਏਕਤਾ ਵੀ ਬਣੀ ਰਹੇਗੀ। ਵਿਚਾਰਾਂ ਦੀ ਲੜੀ, ਜੋ ਵੀ ਵਿਚਾਰ ਜਿਹੜਾ ਹੈ ਚੁਣਿਆ ਗਿਆ ਹੈ ਕਿ ਉਹ ਵਿਚਾਰ ਨਿਰੰਤਰ ਲੜੀਵਾਰ ਚੱਲ ਰਹੇ ਹਨ, ਉਹਨਾਂ ਦੇ ਵਿੱਚ ਇਕਸਾਰਤਾ ਹੈ, ਪ੍ਰਵਾਹ ਹੈ, ਗੱਲ ਦੇ ਵਿੱਚੋਂ ਗੱਲ ਨਿਕਲ ਰਹੀ ਹੈ। ਅਤੇ ਭਾਵਾਂ ਦੀ ਏਕਤਾ, ਜੋ ਵੀ ਭਾਵ ਪੇਸ਼ ਕੀਤੇ ਗਏ ਹਨ ਕਿ ਉਹਨਾਂ ਦੇ ਵਿੱਚ ਨਿਰੰਤਰਤਾ, ਏਕਤਾ ਬਣੀ ਹੋਈ ਹੈ। ਪ੍ਰਭਾਵ ਦੀ ਏਕਤਾ ਜਿਹੜੀ ਹੈ ਇਹ ਵਿਚਾਰਾਂ ਦੀ ਏਕਤਾ ਅਤੇ ਭਾਵਾਂ ਦੀ ਏਕਤਾ ਦੇ ਨਾਲ ਉਗੜਵੇਂ ਰੂਪ ਦੇ ਵਿੱਚ ਪੈਦਾ ਹੁੰਦੀ ਹੈ। ਅੱਗੇ ਆ ਜਾਂਦਾ ਹੈ ਰੋਚਕਤਾ, ਸਰਲਤਾ ਅਤੇ ਸਪਸ਼ਟਤਾ, ਕਿਉਂਕਿ ਚੰਗੀ ਵਾਰਤਕ ਦੇ ਇਹ ਮੁੱਖ ਗੁਣ ਹਨ ਕਿ ਉਹ ਰੋਚਕ ਹੋਣੀ ਚਾਹੀਦੀ ਹੈ, ਸਰਲ ਹੋਣੀ ਚਾਹੀਦੀ ਹੈ ਅਤੇ ਸਪਸ਼ਟ ਹੋਣੀ ਚਾਹੀਦੀ ਹੈ। ਰੌਚਕਤਾ ਕਿਵੇਂ ਪੈਦਾ ਹੋਣੀ ਹੈ, ਕਿਉਂਕਿ ਜੇਕਰ ਵਾਰਤਕਾਰ ਆਪਣੇ ਵਿਸ਼ੇ ਦੇ ਮੁਤਾਬਕ ਉਸ ਦੇ ਵਿੱਚ ਰੋਚਕਤਾ ਭਰਨ ਦੇ ਵਿੱਚ ਕਾਮਯਾਬ ਰਿਹਾ ਹੈ। ਰੋਚਕਤਾ ਭਾਵ ਆਪਣੀ ਗੱਲ ਨੂੰ ਸਮਝਾਉਣ ਦੇ ਲਈ ਉਸਨੇ ਵੱਖਰੀ, ਜਿਵੇਂ ਹਾਸਰਸ ਵਿਧੀ ਦਾ ਜੇਕਰ ਪ੍ਰਯੋਗ ਕੀਤਾ ਹੈ, ਅਤੇ ਕਿਉਂਕਿ ਲੇਖ ਹੈ, ਲੇਖ ਦੇ ਵਿੱਚ ਨੀਰਸਤਾ ਆ ਜਾਣੀ ਸੁਭਾਵਿਕ ਗੱਲ ਹੈ, ਕੁਦਰਤੀ ਹੈ, ਲੇਖ ਖੁਸ਼ਕ ਹੋਵੇਗਾ, ਪਰ ਉਸ ਲੇਖ ਨੂੰ ਕਿਸ ਤਰ੍ਹਾਂ ਰੋਚਕ ਬਣਾਉਣਾ ਹੈ ਇਹ ਲੇਖਕ 'ਤੇ ਨਿਰਭਰ ਕਰਦਾ ਹੈ। ਪਾਠਕ ਨੂੰ ਕਿਵੇਂ ਜੋੜ ਕੇ ਰੱਖਣਾ ਹੈ। ਜੇਕਰ ਉਸਦੀ ਜੋ ਸ਼ੈਲੀ ਦੇ ਵਿੱਚ ਰੋਚਕਤਾ ਹੈ ਤਾਂ ਲੇਖ ਜਿਹੜਾ ਹੈ ਆਪਣੇ ਆਪ ਹੀ ਪਾਠਕਾਂ ਦੇ ਦਿਲਾਂ ਦੇ ਉੱਤੇ ਗਹਿਰਾ ਪ੍ਰਭਾਵ ਪਾਏਗਾ। ਫਿਰ ਸਰਲ ਹੋਣੀ ਚਾਹੀਦੀ ਹੈ, ਜਿਹੜੀ ਭਾਸ਼ਾ ਸ਼ੈਲੀ ਜਿਹੜੀ ਹੈ ਸਰਲਤਾ ਲੇਖ ਦੇ ਵਿੱਚ ਹੋਣੀ ਚਾਹੀਦੀ ਹੈ। ਜੇਕਰ ਅਸੀਂ ਆਮ ਜਨ ਜੀਵਨ ਦੇ ਵਿੱਚ ਦੇਖਦੇ ਹਾਂ ਕਿ ਜਿਹੜੀ ਪੇਂਡੂ ਮੁਹਾਵਰੇ ਵਾਲੀ ਬੋਲੀ ਹੈ ਉਹ ਹਰ ਕੋਈ ਸੁਣ ਕੇ ਖੁਸ਼ ਹੁੰਦਾ ਹੈ, ਪਰ ਪੇਂਡੂ ਮੁਹਾਵਰੇ ਵਾਲੀ ਜਾਂ ਸਧਾਰਨ ਜਾਂ ਸਰਲ ਭਾਸ਼ਾ ਲਿਖਣੀ ਓਨੀ ਔਖੀ ਹੈ, ਅਤੇ ਔਖਾ ਲਿਖਣਾ ਸੌਖਾ ਹੈ। ਅੱਜ ਦੇ ਦੌਰ ਦੇ ਵਿੱਚ ਔਖਾ ਲਿਖਣਾ ਸੌਖਾ ਹੁੰਦਾ ਜਾ ਰਿਹਾ ਹੈ, ਅਤੇ ਸੌਖਾ ਲਿਖਣਾ ਬਹੁਤ ਔਖਾ ਹੈ, ਕਿਉਂਕਿ ਹਰ ਲੇਖਕ ਜਿਹੜਾ ਹੈ ਸਰਲ ਸ਼ਬਦਾਵਲੀ ਤੋਂ, ਜਿਹੜਾ ਤਾਂ ਵਧੀਆ ਲੇਖਕ ਹੈ ਉਹ ਹਮੇਸ਼ਾ ਸਰਲ ਸ਼ਬਦਾਵਲੀ ਦੀ ਵਰਤੋਂ ਕਰਦਾ ਹੈ, ਕਿਉਂਕਿ ਜੇਕਰ ਸ਼ੈਲੀ ਸ਼ਬਦਾਵਲੀ ਜਿਹੜੀ ਹੈ ਉਹ ਸਰਲ ਹੈ, ਲੇਖ ਦੇ ਵਿੱਚ ਸਰਲਤਾ ਹੈ, ਕਿ ਉਸ ਨੂੰ ਪਾਠਕਾਂ ਦਾ ਵਸੀਹ ਘੇਰਾ, ਪਾਠਕਾਂ ਦਾ ਘੇਰਾ ਜਿਹੜਾ ਹੈ ਉਹ ਵੱਡਾ ਹੋਵੇਗਾ, ਵਸੀਹ ਹੋਵੇਗਾ। ਕਿਉਂ ਵਸੀਹ ਹੋਵੇਗਾ? ਕਿਉਂਕਿ ਉਹ ਬੜੇ ਸਰਲ ਸ਼ਬਦਾਂ ਦੇ ਵਿੱਚ, ਸਰਲ ਅੰਦਾਜ਼ ਦੇ ਵਿੱਚ ਲਿਖਿਆ ਗਿਆ ਹੈ, ਜਿਹੜੀ ਪਾਠਕ ਜੋ ਜਨ ਸਧਾਰਨ ਪੱਧਰ ਦਾ ਪਾਠਕ ਹੈ ਉਸ ਨੂੰ ਵੀ ਸਮਝ ਆਉਂਦਾ ਹੈ। ਪਰ ਜੇਕਰ ਅਸੀਂ ਉਸ ਦੇ ਵਿੱਚ ਪੰਡਤਾਊ ਪ੍ਰਭਾਵ ਪਾਉਣਾ ਚਾਹੁੰਦੇ ਹਾਂ, ਔਖੇ ਸ਼ਬਦਾਂ ਦੀ ਵਰਤੋਂ ਕਰਦੇ ਹਾਂ, ਤਾਂ ਉਹ ਲੇਖ ਕਦੇ ਵੀ ਸਫਲ ਨਹੀਂ ਹੋ ਸਕਦਾ। ਅਤੇ ਵਿਚਾਰਾਂ ਦੀ ਸਪਸ਼ਟਤਾ ਹੋਣੀ ਜ਼ਰੂਰੀ ਹੈ। ਜਿਸ ਵਿਸ਼ੇ ਨੂੰ ਚੁਣਿਆ ਹੈ ਉਸ ਦੇ ਬਾਰੇ ਲੇਖਕ ਦਾ ਪਹਿਲਾਂ ਖੁਦ ਸਪਸ਼ਟ ਹੋਣਾ ਬਹੁਤ ਜ਼ਰੂਰੀ ਹੈ, ਤਾਂ ਹੀ ਬੜੀ ਸਪਸ਼ਟਤਾ ਦੇ ਨਾਲ ਆਪਣੀ ਗੱਲ ਜਿਹੜੀ ਹੈ ਟੂ ਦਾ ਪੁਆਇੰਟ ਸਟੀਕ ਸ਼ਬਦਾਂ ਦੇ ਵਿੱਚ ਸਮਝਾਉਣ ਦੇ ਵਿੱਚ ਉਹ ਕਾਰਗਰ ਸਿੱਧ ਹੋ ਸਕਦਾ ਹੈ। ਇਸ ਤੋਂ ਅਗਲਾ ਨੁਕਤਾ ਆ ਜਾਂਦਾ ਹੈ ਉਦੇਸ਼, ਕਿ ਜੋ ਵੀ ਵਿਸ਼ਾ ਚੁਣਿਆ ਹੈ ਲੇਖਕ ਨੇ ਲੇਖ ਦੇ ਵਿੱਚ, ਉਸ ਨਿਬੰਧ ਦੇ ਵਿੱਚ, ਕਿ ਉਸ ਨੂੰ ਪ੍ਰਗਟਾਉਣ ਦੇ ਵਿੱਚ ਉਹ ਸਫਲ ਰਿਹਾ ਹੈ। ਉਸ ਨੂੰ ਪ੍ਰਗਟਾਉਣ ਦਾ ਉਸਦਾ ਉਦੇਸ਼ ਕੀ ਸੀ, ਭਾਵ ਜਿਵੇਂ ਵੱਖ-ਵੱਖ ਉਦੇਸ਼ ਹੁੰਦੇ ਹਨ। ਜਿਵੇਂ ਵਤਨ ਦਾ ਪਿਆਰ ਹੈ ਤਾਂ ਪ੍ਰੋਫੈਸਰ ਪੂਰਨ ਸਿੰਘ ਦਾ ਮਕਸਦ ਜੋ ਹੈ ਲੋਕਾਂ ਦੇ ਮਨਾਂ ਦੇ ਵਿੱਚ ਦੇਸ਼ ਦੇ ਪਿਆਰ ਦੇ ਪ੍ਰਤੀ ਭਾਵ ਪੈਦਾ ਕਰਨਾ ਸੀ। ਗੁਸਲਖਾਨਾ ਲਿਖਣ ਦਾ ਉਦੇਸ਼ ਕੀ ਹੈ? ਗੁਸਲਖਾਨਾ ਦੇ ਇਤਿਹਾਸ ਦੇ ਬਾਰੇ ਚਰਚਾ ਕਰਨਾ। ਔਰ ਗੁਰਬਾਣੀ ਲੇਖ ਜੋ ਬਲਰਾਜ ਸਾਹਨੀ ਨੇ ਲਿਖਿਆ ਸੀ, ਇਸ ਦੇ ਵਿੱਚ ਉਹ ਗੁਰਬਾਣੀ ਦੇ ਮਹੱਤਵ ਬਾਰੇ ਜੋ ਆਪਣੇ ਵਿਚਾਰ ਉਸਨੇ ਪ੍ਰਗਟਾਏ ਹਨ, ਉਹਨਾਂ ਨੂੰ ਪ੍ਰਗਟਾਉਣ ਦੇ ਵਿੱਚ, ਮਕਸਦ ਦੇ ਵਿੱਚ ਕਾਮਯਾਬ ਹੋਇਆ ਹੈ। ਉਸਦਾ ਉਦੇਸ਼ ਜੋ ਸੀ
ਉਸ ਦੇ ਵਿੱਚ ਉਹ ਪੂਰੀ ਤਰ੍ਹਾਂ ਸਫਲ ਰਿਹਾ ਹੈ। ਨਾਟਕ ਦੀ ਨਕੜਦਾਦੀ ਹੈ ਜਿਵੇਂ, ਅਤੇ ਇਸ ਦੇ ਵਿੱਚ ਗਾਰਗੀ ਨੇ ਜੋ ਨੌਰਾ ਰਿਚਰਡ ਹੈ ਉਸਨੂੰ ਨਾਟਕ ਦੀ ਨਕੜਦਾਦੀ ਗਰਦਾਨਦਿਆਂ ਹੋਇਆਂ ਉਹ ਪਾਤਰ ਪ੍ਰਧਾਨ ਲੇਖ ਲਿਖਿਆ ਹੈ, ਅਤੇ ਉਸ ਦਾ ਉਦੇਸ਼ ਜੋ ਸੀ ਉਹ ਨੌਰਾ ਰਿਚਰਡ ਦਾ ਪੰਜਾਬੀ ਨਾਟਕ ਦੇ ਖੇਤਰ ਦੇ ਵਿੱਚ ਕੀ ਯੋਗਦਾਨ ਰਿਹਾ ਹੈ ਉਸ ਨੂੰ ਪ੍ਰਗਟਾਉਣਾ ਸੀ, ਜਿਸ ਦੇ ਵਿੱਚ ਉਹ ਪੂਰੀ ਤਰ੍ਹਾਂ ਸਫਲ ਰਿਹਾ ਹੈ। ਭਾਵ ਜੋ ਵੀ ਲੇਖਕ ਆਪਣਾ ਉਦੇਸ਼ ਚੁਣਦਾ ਹੈ ਉਸ ਨੂੰ ਨਿਭਾਉਣ ਦੇ ਵਿੱਚ ਉਹ ਪੂਰੀ ਤਰ੍ਹਾਂ ਸਫਲ ਰਿਹਾ ਹੈ। ਇਸ ਦੇ ਬਾਰੇ ਅਸੀਂ ਉਸ ਦੀ ਸਾਹਿਤਕ ਆਲੋਚਨਾ ਦੇ ਵਿੱਚ ਚਰਚਾ ਕਰਨੀ ਹੈ। ਫਿਰ ਆ ਜਾਂਦਾ ਹੈ ਸਿਰਲੇਖ, ਕਿਉਂਕਿ ਹਰ ਰਚਨਾ ਜਿਹੜੀ ਹੈ ਜੇਕਰ ਸਿਰਲੇਖ ਉਸ ਦਾ ਵਿਸ਼ੇ ਦੇ ਨਾਲ ਸਿੱਧਾ ਸੰਬੰਧਿਤ ਹੈ, ਪ੍ਰਭਾਵਸ਼ਾਲੀ ਹੈ, ਛੋਟਾ ਹੈ, ਢੁਕਵਾਂ ਹੈ, ਫੱਬਵਾਂ ਹੈ ਅਤੇ ਅਰਥ ਭਰਪੂਰ ਹੈ, ਭਾਵ ਸਿਰਲੇਖ ਦਾ ਕੋਈ ਨਾ ਕੋਈ ਅਰਥ ਜ਼ਰੂਰ ਨਿਕਲਣਾ ਚਾਹੀਦਾ ਹੈ। ਜਿਵੇਂ ਖੁਦਾ ਬਚਾਵੇ ਚੁਗਲਖੋਰਾਂ ਤੋਂ ਸਿਰਲੇਖ ਹੈ ਅਤੇ ਇਸ ਦਾ ਅਰਥ ਹੈ ਸਪਸ਼ਟ ਹੋ ਰਿਹਾ ਹੈ ਬਿਲਕੁਲ। ਸੋ ਵਿਅੰਗਾਤਮਕ ਅੰਦਾਜ਼ ਦੇ ਵਿੱਚ ਲੇਖਕ ਨੇ ਜੋ ਹੈ ਚੁਗਲਖੋਰਾਂ ਦੇ ਬਾਰੇ ਚਰਚਾ ਕੀਤੀ ਹੈ ਔਰ ਬੜੇ ਹਾਸਰਸੀ ਅੰਦਾਜ਼ ਦੇ ਵਿੱਚ ਉਸ ਨੂੰ ਪ੍ਰਗਟਾਉਣ ਦੇ ਵਿੱਚ ਸਫਲ ਰਿਹਾ ਹੈ। ਭਾਵ ਜੋ ਸਿਰਲੇਖ ਹੈ ਉਹ ਜੋ ਵੀ ਲੇਖ ਹੈ, ਕਹਾਣੀ ਹੈ, ਨਾਟਕ ਹੈ, ਨਾਵਲ ਹੈ, ਉਸ ਦੇ ਵਿਸ਼ੇ ਦੇ ਆਲੇ ਦੁਆਲੇ ਹੀ ਕੇਂਦਰਿਤ ਹੋਣਾ ਚਾਹੀਦਾ ਹੈ, ਘੁੰਮਦਾ, ਵਿਸ਼ੇ ਨੂੰ ਸਿੱਧਾ ਸਟੀਕ ਸ਼ਬਦਾਂ ਦੇ ਵਿੱਚ ਸਪਸ਼ਟ ਕਰਦਾ ਹੋਣਾ ਚਾਹੀਦਾ ਹੈ। ਸੁਭਾਸ਼ਣ, ਕਿਉਂਕਿ ਬਹੁਤ ਸਾਰੇ ਜੋ ਸਾਹਿਤ ਵਿਧਾਵਾਂ ਹਨ ਉਹ ਸਿਰਫ ਲਿਖਣ ਲਈ ਲਿਖੀਆਂ ਜਾਂਦੀਆਂ ਹਨ। ਜਿਵੇਂ ਨਾਟਕ ਹੈ ਉਹ ਮੰਚਨ ਕਰਨ ਦੇ ਲਈ ਲਿਖਿਆ ਜਾਂਦਾ ਹੈ, ਔਰ ਲੇਖ ਜੋ ਹੈ ਇਸ ਦੇ ਵਿੱਚ ਸੁਭਾਸ਼ਣ ਦਾ ਵਧੀਆ ਗੁਣ ਹੋਣਾ ਬਹੁਤ ਜ਼ਰੂਰੀ ਹੈ। ਭਾਵ ਆਪਣੇ ਸ਼ਬਦਾਂ ਦੇ ਰਾਹੀਂ ਲੇਖਕ ਨੇ ਪਾਠਕਾਂ ਦੇ ਮਨ ਦੇ ਉੱਤੇ ਅਸਰ ਪਾਉਣਾ ਹੁੰਦਾ ਹੈ। ਉਹ ਸੁਭਾਸ਼ਣ ਦੇ ਰਾਹੀਂ ਇੱਕ ਭਾਸ਼ਣ ਦੇਣ ਦੀ ਇੱਕ ਕਲਾ ਦਾ ਜੋ ਹੈ ਪ੍ਰਗਟਾਵਾ ਹੋ ਰਿਹਾ ਹੁੰਦਾ ਹੈ। ਅਤੇ ਉਹ ਅੱਗੇ ਆ ਜਾਂਦਾ ਹੈ ਤੁਕਾਂ ਅਤੇ ਹਵਾਲੇ, ਕਿ ਆਪਣੀ ਗੱਲ ਨੂੰ ਕਹਿਣ ਦੇ ਲਈ ਜੋ ਲੇਖਕ ਨੇ ਮਿਸਾਲਾਂ ਦੇਣੀਆਂ ਹਨ, ਜੋ ਹਵਾਲੇ ਦੇਣੇ ਹਨ, ਉਹ ਕਵਿਤਾ ਦੇ ਵਿੱਚੋਂ ਵੀ ਹੋ ਸਕਦੇ ਹਨ। ਭਾਵ ਜੇਕਰ ਅਸੀਂ ਲੇਖ ਦੀ ਗੱਲ ਨੂੰ, ਵਿਚਾਰ ਨੂੰ ਸਪਸ਼ਟ ਕਰਨ ਦੇ ਲਈ ਕੋਈ ਗੁਰਬਾਣੀ ਦੀ ਤੁਕ ਦਾ ਜਾਂ ਕਿਸੇ ਆਧੁਨਿਕ ਕਵਿਤਾ ਦਾ ਹਵਾਲਾ ਦਿੰਦੇ ਹਾਂ ਅਤੇ ਕੋਈ ਤੁਕ ਜੋ ਹੈ ਹਵਾਲੇ ਵਜੋਂ ਵਰਤਦੇ ਹਾਂ ਤਾਂ ਉਹ ਰਚਨਾ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾ ਦਿੰਦਾ ਹੈ। ਸੋ ਇਸ ਤਰ੍ਹਾਂ ਇਹ ਬਹੁਤ ਸਾਰੇ ਜੋ ਨੁਕਤੇ ਹਨ, ਕਿਸੇ ਵੀ ਪਾਠਕ ਨੂੰ ਜੋ ਹੈ ਕਿਸੇ ਵੀ ਰਚਨਾ ਨੂੰ ਪੜ੍ਹਦਿਆਂ ਹੋਇਆਂ ਧਿਆਨ ਵਿੱਚ ਰੱਖਦਿਆਂ ਹੋਇਆਂ ਉਸ ਦੀ ਸਾਹਿਤਕ ਆਲੋਚਨਾ ਕਰਨ ਦੇ ਵਿੱਚ ਉਸ ਪਾਠਕ ਨੂੰ ਮਦਦ ਕਰਦੇ ਹਨ। ਇਸ ਲਈ ਇੱਕ ਵਾਰ ਫਿਰ ਗੁਜ਼ਾਰਿਸ਼ ਹੈ ਕਿ ਜਿੰਨੇ ਵੀ ਲੇਖ ਹਨ ਇਹ ਲੇਖਕ ਔਰ ਉਹਨਾਂ ਦੇ ਲੇਖ ਜਿਹੜੇ ਹਨ ਇਹਨਾਂ ਦੇ ਬਾਰੇ ਪਾਠਕਾਂ ਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ। ਜੇਕਰ ਵਿਦਿਆਰਥੀ ਸਾਰੇ ਲੇਖ ਪੜ੍ਹ ਲੈਂਦੇ ਹਨ ਅਤੇ ਉਹਨਾਂ ਦੀ ਸਾਹਿਤਕ ਆਲੋਚਨਾ ਕਰਨੀ ਉਹਨਾਂ ਦੇ ਲਈ ਕੋਈ ਬਹੁਤ ਮੁਸ਼ਕਿਲ ਗੱਲ ਨਹੀਂ ਰਹਿ ਜਾਂਦੀ। ਇਹਨਾਂ ਨੁਕਤਿਆਂ ਦੇ ਆਧਾਰ 'ਤੇ ਅਸੀਂ ਕਿਸੇ ਵੀ ਲੇਖ ਦੀ ਸਾਹਿਤਕ ਆਲੋਚਨਾ ਕਰ ਸਕਦੇ ਹਾਂ। ਸਿੱਟਾਂ, ਔਰ ਇਹ ਬਾਰ-ਬਾਰ ਮੈਂ ਤਾਕੀਦ ਕਰਦੀ ਹਾਂ ਵਿਦਿਆਰਥੀਆਂ ਨੂੰ ਕਿ ਜਿੰਨੀ ਦੇਰ ਤੱਕ ਅਸੀਂ ਨਿਚੋੜ, ਨਿਸ਼ਕਰਸ਼ ਜਾਂ ਕਨਕਲੂਜ਼ਨ ਦੇ ਰੂਪ ਦੇ ਵਿੱਚ ਨਹੀਂ ਦੇਵਾਂਗੇ ਉਨੀ ਦੇਰ ਤੱਕ ਜੋ ਪ੍ਰਸ਼ਨ ਹੈ ਉਹ ਅਧੂਰਾ ਸਮਝਿਆ ਜਾਂਦਾ ਹੈ, ਉੱਤਰ ਅਧੂਰਾ ਸਮਝਿਆ ਜਾਂਦਾ ਹੈ। ਸੋ ਸਮੁੱਚੇ ਰੂਪ ਦੇ ਵਿੱਚ ਆਪਣੀ ਗੱਲਬਾਤ ਨੂੰ ਜੋ ਹੈ ਆਪਣੇ ਮੌਲਿਕ ਅੰਦਾਜ਼ ਦੇ ਵਿੱਚ ਪੇਸ਼ ਕਰਨਾ ਬਹੁਤ ਜ਼ਰੂਰੀ ਹੈ। ਉਮੀਦ ਹੈ ਕਿ ਇਹ ਜੋ ਕੋਸ਼ਿਸ਼ ਹੈ ਵਿਦਿਆਰਥੀਆਂ ਲਈ ਬੜੀ ਲਾਹੇਵੰਦ ਸਾਬਿਤ ਹੋਏਗੀ, ਕਿਉਂਕਿ ਕਿਸੇ ਵੀ ਨਿਬੰਧ ਦੀ ਸਾਹਿਤਕ ਆਲੋਚਨਾ ਕਰਨ ਦੇ ਲਈ ਇਹਨਾਂ ਸਾਰਿਆਂ ਨੁਕਤਿਆਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਜੇਕਰ ਵਿਦਿਆਰਥੀ ਸਾਹਿਤਕ ਆਲੋਚਨਾ ਵਾਲਾ ਆਪਣਾ ਪ੍ਰਸ਼ਨ ਸੰਪੂਰਨ ਕਰਦੇ ਹਨ ਤਾਂ ਉਹ ਆਪਣੇ ਮਕਸਦ ਦੇ ਵਿੱਚ ਪੂਰੀ ਤਰ੍ਹਾਂ ਸਫਲ ਹੋ ਜਾਣਗੇ। ਸੋ ਇੰਨਾ ਹੀ ਕਾਫੀ ਹੈ ਅੱਜ ਦੀ ਵੀਡੀਓ ਦੇ ਲਈ, ਅਤੇ ਦਿਓ ਇਜਾਜ਼ਤ। ਮਿਲਦੇ ਹਾਂ ਕਿਸੇ ਹੋਰ ਲੈਕਚਰ ਦੇ ਵਿੱਚ। ਤਦ ਤੱਕ ਲਈ ਸਤਿ ਸ਼੍ਰੀ ਅਕਾਲ, ਧੰਨਵਾਦ।